ਸੰਧਿਆ ਵੇਲੇ ਦੇ ਪਾਵਨ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਰਹੇ ਹੋ। ਰੱਬੀ ਬਾਣੀ ਦਾ ਕੀਰਤਨ ਬੜੇ ਪਿਆਰ ਨਾਲ ਆਪ ਜੀ ਨੇ ਸ਼ਰਵਣ ਕੀਤਾ ਹੈ। ਆਓ ਸਮਾਂ ਹੈ ਗੁਰਮਤਿ ਵਿਚਾਰਾਂ ਦਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਜਿੱਥੇ ਆਪਾਂ ਜੀਵਨ ਇਤਿਹਾਸ ਦੀ ਵਿਚਾਰ ਪਹਿਲਾਂ ਸਾਂਝੀ ਕੀਤੀ ਹੈ, ਉੱਥੇ ਹੀ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਜਾਪ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਜਿਹੜੀ ਹੈ ਉਹ ਆਪਾਂ ਸਾਂਝੀ ਕਰਨੀ। ਜਾਪ ਸਾਹਿਬ ਦੀ ਪਾਵਨ ਬਾਣੀ ਰੋਜ਼ਾਨਾ ਸਿੱਖ ਅੰਮ੍ਰਿਤ ਵੇਲੇ ਪੰਜਾਂ ਬਾਣੀਆਂ ਦੇ ਰੂਪ ਦੇ ਵਿੱਚ ਪੜ੍ਹਦਾ ਹੈ। ਪਹਿਲੀ ਬਾਣੀ ਜਪ ਹੈ, ਦੂਸਰੀ ਬਾਣੀ ਜਾਪ, ਤੀਸਰੀ ਸਵਈਏ, ਚੌਪਈ ਸਾਹਿਬ ਅਤੇ ਆਨੰਦ ਸਾਹਿਬ। ਹਰ ਇੱਕ ਸਿੱਖ ਨੂੰ ਗੁਰੂ ਦਾ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਜਾਂ ਗੁਰਦੇਵ ਪਾਤਸ਼ਾਹ ਜੀ ਆਖਦੇ ਨੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਜਿਹੜਾ ਹੈ ਪਰਮਾਤਮਾ ਦੀ ਸਿਫਤ ਸਲਾਹ ਦਾ ਹੈ। ਔਰ ਜਿਹੜਾ ਅੰਮ੍ਰਿਤ ਵੇਲੇ ਗੁਰਸਿੱਖ ਉੱਠ ਕੇ ਇਹਨਾਂ ਪਾਵਨ ਬਾਣੀਆਂ ਨੂੰ ਪੜ੍ਹਦਾ ਹੈ, ਸੁਣਦਾ ਹੈ, ਕਮਾਉਂਦਾ ਹੈ, ਉਹਦੇ ਜੀਵਨ ਦਾ ਉਧਾਰ ਹੁੰਦਾ ਹੈ। ਜਾਪ ਸਾਹਿਬ ਦੀ ਪਾਵਨ ਬਾਣੀ ਕਈ ਭਾਸ਼ਾਵਾਂ ਵਿੱਚ ਹੈ, ਜਿਵੇਂ ਬ੍ਰਿਜ ਭਾਸ਼ਾ, ਸੰਸਕ੍ਰਿਤ, ਅਰਬੀ, ਫਾਰਸੀ ਅਤੇ ਹੋਰ ਕਈ ਭਾਸ਼ਾਵਾਂ ਦਾ ਮਿਸ਼ਰਣ ਹੈ। ਇਹ ਪਾਵਨ ਬਾਣੀ ਨਿਰੋਲ ਕੇਵਲ ਇੱਕ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੀ ਸਿਫਤ ਕੀਤੀ ਗਈ ਹੈ। ਇਸ ਅੰਦਰ ਪਰਮਾਤਮਾ ਦੇ ਨਾਮ ਜਿਹੜੇ ਹਨ ਕਿਰਤਮ, ਉਹ ਬਿਆਨ ਕਲਗੀਧਰ ਮਹਾਰਾਜ ਨੇ ਕੀਤੇ ਨੇ। ਅਤੇ ਇਹ ਪਾਵਨ ਬਾਣੀ ਪਾਉਂਟੇ ਸਾਹਿਬ ਦੀ ਰਮਣੀਕ ਧਰਤੀ ਉੱਤੇ ਮਹਾਰਾਜ ਨੇ ਉਚਾਰਨ ਕੀਤੀ ਸੀ। ਜਦੋਂ ਇਸ ਪਾਵਨ ਬਾਣੀ ਨੂੰ ਸਿੱਖ ਬੜੀ ਸ਼ਰਧਾ ਭਾਵਨਾ ਪਿਆਰ ਨਾਲ ਸੁੱਤ ਟਿਕਾ ਕੇ ਪੜ੍ਹਦਾ ਏ ਤੇ ਇੰਜ ਲੱਗਦਾ ਜਿਵੇਂ ਸਿੱਧਾ ਪਰਮਾਤਮਾ ਦੇ ਨਾਲ ਗੱਲ ਕਰ ਰਿਹਾ ਹੋਵੇ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਪਰਮੇਸ਼ਰ ਦੇ ਸਾਹਮਣੇ ਬੈਠ ਕੇ ਇਸ ਪਾਵਨ ਬਾਣੀ ਨੂੰ ਉਚਾਰਨ ਕੀਤਾ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਰਹਿਮਤ ਕਰਨ। ਆਓ ਬੜੇ ਪਿਆਰ ਦੇ ਨਾਲ ਆਪਾਂ ਇਹ ਪਾਵਨ ਬਾਣੀ ਦੇ ਵਿਚਾਰ ਸਾਂਝੀ ਕਰਨੀ ਹੈ। ਨਾਲ ਹੀ ਆਪਾਂ ਸ਼ਬਦਾਂ ਦੇ ਉਚਾਰਨ ਵੱਲ ਵੀ ਥੋੜ੍ਹਾ ਜਿਹਾ ਧਿਆਨ ਦੇਵਾਂਗੇ। ਅਰਮਤਾ ਜਿਹੜੀ ਹੈ ਸਤਿਗੁਰ ਪਾਤਸ਼ਾਹ ਜੀ ਕਰਦੇ ਨੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ। ਸਤਿਗੁਰ ਦੀ ਕਿਰਪਾ ਨਾਲ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਜਾਪ ਪਾਵਨ ਬਾਣੀ ਦਾ ਨਾਮ ਹੈ। ਸਤਿਕਾਰ ਵਜੋਂ ਆਪਾਂ ਜਾਪ ਸਾਹਿਬ ਕਹਿੰਦੇ ਹਾਂ। ਆਰੰਭਤਾ ਜਪ ਤੋਂ ਹੁੰਦੀ ਹੈ, ਪਰ ਆਪਾਂ ਸਤਿਕਾਰ ਨਾਲ ਜਪਜੀ ਸਾਹਿਬ ਕਹਿੰਦੇ ਹਾਂ। ਜਾਪ ਬਣ ਜਾਵੇ ਤੇ ਜੀਵਨ ਦੀ ਖੇਡ ਨਿਆਰੀ ਹੋ ਜਾਵੇਗੀ। ਗੁਰੂ ਪਾਤਸ਼ਾਹ ਜੀ ਆਖਦੇ ਨੇ, ਪਹਿਲਾਂ ਤੂੰ ਜਪ। ਜਦੋਂ ਮੁਖ ਤੋਂ ਕੋਈ ਮਨੁੱਖ ਜਪਦਾ ਹੈ, ਉਸ ਨੂੰ ਆਖਿਆ ਜਾਂਦਾ ਹੈ ਮੰਤਰ। ਕਿਸੇ ਨੂੰ ਬਾਰ-ਬਾਰ ਜਪਣਾ, ਕਿਸੇ ਅੱਖਰ ਨੂੰ ਬਾਰ-ਬਾਰ ਮੁਖ ਦੇ ਵਿੱਚ ਬੋਲਣਾ। ਔਰ ਇੱਕ ਹੈ ਬੈਖਰੀ। ਬੈਖਰੀ ਹੁੰਦਾ ਹੈ ਆਪਣੇ ਮੁਖ ਤੋਂ ਉੱਚੀ ਉੱਚੀ ਬੋਲਣਾ। ਜਿਹੜੀ ਜਾਪ ਸਾਹਿਬ ਦੀ ਪਾਵਨ ਬਾਣੀ ਇਹ ਬੈਖਰੀ ਬਾਣੀ ਹੈ। ਔਰ ਗੁਰੂ ਪਾਤਸ਼ਾਹ ਜੀ ਦਾ ਬਾਣੀ ਵਿੱਚ ਹੁਕਮ ਵੀ ਹੈ ਕਿ ਜਦੋਂ ਤੂੰ ਬਾਣੀ ਨੂੰ ਪੜ੍ਹਦਾ ਹੋਵੇਂ, ਤੇਰੀ ਸੁਰਤ ਇੰਨੀ ਟਿਕੀ ਹੋਵੇ ਵੀ ਤੈਨੂੰ ਉਹ ਪਾਵਨ ਬਾਣੀ ਪੜ੍ਹਦੇ ਹੋਏ ਨਾ ਆਪ ਸੁਣਾਈ ਦੇਵੇ। ਰੋਜ਼ਾਨਾ ਰੱਬੀ ਬਾਣੀ ਦਾ ਆਪਾਂ ਬਚਨ ਪੜ੍ਹਦੇ ਹਾਂ। ਗੁਰਦੇਵ ਆਖਦੇ ਨੇ ਕਿ ਆਪਣੀ ਜੀਭਾ ਤੋਂ ਪਰਮਾਤਮਾ ਦੇ ਗੁਣ ਗਾ, ਪਰਮਾਤਮਾ ਦੀ ਸਿਫਤ ਕਰ, ਤੇ ਆਪਣੇ ਕੰਨਾਂ ਦੇ ਨਾਲ ਉਸ ਮਾਲਕ ਦੀ ਸਿਫਤ ਸਲਾਹ ਨੂੰ ਸੁਣ। ਜੀਭਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ। ਜੀਭ ਨਾਲ ਪਰਮਾਤਮਾ ਪਰਮੇਸ਼ਰ ਦੀ ਸਿਫਤ ਕਰੋ ਤੇ ਕੰਨਾਂ ਦੇ ਨਾਲ ਉਸ ਸਿਫਤ ਨੂੰ ਸੁਣਨਾ ਕਰੋ। ਕਿਉਂਕਿ ਜੇ ਕੰਨ ਸੁਣਨਗੇ, ਉਹ ਸੁਣੀ ਹੋਈ ਗੱਲ ਜਿਹੜੀ ਹੈ ਸਾਡੀ ਸੁਰਤ ਤੱਕ ਜਾਵੇਗੀ। ਜਿਹੜੀ ਚੀਜ਼ ਸੁਰਤ ਵਿੱਚ ਟਿਕ ਗਈ, ਫਿਰ ਉਹ ਕਦੀ ਵਿਸਰਦੀ ਨਹੀਂ, ਭੁੱਲਦੀ ਨਹੀਂ। ਸੋ ਗੁਰੂ ਪਿਆਰ ਵਾਲਿਓ,
सतगुरु पातशाह जी ने जप तो बाद ये जाप पावन बाणी जिहड़ी है सिख नूं पढ़न दा हुक्म कीता है। अते जदों ये पावन बाणी सिख नूं कंठ हो जाती है, कंठ करन दा बड़ा लाभ है। जिहड़ी बाणी कंठ हो गई वो किते भी मनुख उहनूं पढ़ सकदा है, भावें सफर विच है, भावें वो किरत कमाई कर रहा है, बाहर व्यापार कर रहा है, किते जा रहा है, घर बैठा है, समझो कंठ बाणी का बड़ा ही लाभ है। ये जाप साहब की बाणी थोड़ी महंगी बाणी है, इस करके छेती कंठ नहीं होती। इस करके जे अगर इस बाणी नूं लिख के आपां याद करन दा यतन करांगे तो छेती याद हो जाएगी। इहदा कारण होर भी है, कई अखर बार बार वो जिहड़े हन विच आउंदे हन ते भुलेखा पै जांदा है। इस पावन बाणी अंदर 199 पौड़ियां ने, 22 छंद ने। आओ गुरु पातशाह जी अगे की रहमत करते हैं। श्री मुख वाक पातशाही 10वीं श्री सत्कार वजों शब्द आया अते कलगीधर महाराज पातशाह जी के मुख तो ये पावन बाणी उचारण की गई है। पातशाही 10वीं जिमें गुरु ग्रंथ साहिब विच महला पहला, महला दूजा, महला तीजा किहड़े गुरु की बाणी है सानू पता लगता है। इत्थे पातशाही 10वीं तो पता लगता है कि 10वें पातशाह जी की उचारण की बाणी है। छपै छंद, ये छंद का नाम है छपै। याद रखना जाप साहब की पावन बाणी बीर रस नाल भरी हुई है। कलगीधर महाराज पातशाह जी ने जिहड़े छंद जिहड़े उचारण कीते ने वो जंगां युद्धां वेले जिहड़े सूरमे लड़िया करते सन उन्हां छंदां नूं उधार बना के ते महाराज ने बाणी उचारण की है। तां प्रसाद ये गुरु पातशाह जी की निमरता है कि गुरुदेव थां थां ते ये बचन करते ने, हे मालक तेरी कृपा नाल, तां प्रसाद तेरी कृपा तेरी रहमत नाल, तेरी बख्शिश नाल। ये निमरता है कलगीधर महाराज पातशाह जी विच। चक्कर चिहन अर बरन जात अर पात नहन जिह। अकाल पुरख परमात्मा का कोई चक्कर नहीं, ना ही उनका कोई चिन्ह है। जिहड़ा परमेश्वर है उनके 2 रूप दसे ने बाणी विच भी वो 2 रूप आए ने, एक सरगुण निर्गुण सुन समाधि आप। एक सरगुण दिसदा रूप आ जिहड़ी कायनात है परमात्मा परमेश्वर तो ही बनी। साचे ते पवना पिया पवने ते जल होए, जल ते भवन साजिया घट घट जोत समोए। ये सारी रचना एक अकाल पुरख तो ही बनी है, पर उन्ना चिर ये समझ नहीं आ सकता जिन्ना चिर बंदे की सुरत उस निर्गुण परमात्मा नाल नहीं जुड़ती। जिन्ना चिर बंदे का जिहड़ा मैला मन है उनके अंदरों मैल खत्म नहीं हो जाती, उन्ना चिर बंदा निर्गुण स्वरूप परमात्मा नाल नहीं जुड़ सकता। ते बाणी पढ़नी, सत संगत करना, सेवा करनी, ये सारा की उपराला है अपने मैले मल नूं निर्मल करना। जिदन ये निर्मल हो गया उदन अकाल पुरख परमात्मा के दीदार इस कायनात विच हो जाएंगे। पर यह बड़ी प्यारी गल महाराज ने दसी है भी अकाल पुरख परमात्मा का कोई चक्कर नहीं। चक्कर का अर्थ है कि मनुख दे हाथ दे जिवें लकीरां ने, परमात्मा का हाथ ही नहीं, इस करके लकीरां भी नहीं हो सकदियां। चिन्ह का भाव निशानी, जिवें आपां ककार पाए हुए ने ये निशानियां ने। जिवें पंडित लोग तिलक लाते ने, माला पाउंदे ने या आदक धोती बन्नते ने, इस तरह होर जोगी लोग कन्नां विच मुंदरां पाउंदे ने, तन ते सवाह मलदे ने, हत्थ विच डंडा फड़दे ने। वो सारे उन्हां दे चिन्ह हैं, परमात्मा का कोई चिन्ह नहीं है। वरण वरण का भाव यह है परमात्मा परमेश्वर उनकी कोई एक वक्री श्रेणी नहीं है। जिवें ब्राह्मण है, शूद है, इस तरह खत्री है, इन्हां दे वखरे वखरे वर्ण ने, परमात्मा का कोई वखरा वर्ण नहीं है। जात परमात्मा की कोई जात नहीं। अकाल पुरख परमात्मा जात तो रहत है। पात महाराज आदि ने परमात्मा की कोई पंगत भाव कोई बरादरी नहीं, क्योंकि सारियां विच ही समाया हुआ है। वो शूदर विच भी है, ब्राह्मण विच भी है, वो वैश्य विच खतरी विच भी है, सारियां विच है। उन जिहड़ा लोग
ਇਹ ਮੰਨਦੇ ਨੇ ਵੀ ਆ ਨੀਵੀਂ ਜਾਤ ਹੈ, ਪ੍ਰਮਾਤਮਾ ਨੀਵਿਆਂ ਵਿੱਚ ਵੀ ਹੈ, ਉੱਚਿਆਂ ਵਿੱਚ ਵੀ ਹੈ। ਇਸ ਕਰਕੇ ਪ੍ਰਮਾਤਮਾ ਦੀ ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਨਾ ਉਹਦਾ ਕੋਈ ਚੱਕਰ ਹੈ, ਨਾ ਕੋਈ ਚਿੰਨ੍ਹ ਹੈ। ਰੂਪ ਰੰਗ ਅਰ ਰੇਖ ਭੇਖ। ਕਲਗੀਧਰ ਮਹਾਰਾਜ ਆਖਦੇ ਨੇ ਭਾਈ ਅਕਾਲ ਪੁਰਖ ਪਰਮਾਤਮਾ ਦਾ ਕੋਈ ਰੂਪ ਨਹੀਂ ਹੈ। ਪਰਮੇਸ਼ਰ ਦਾ ਕੋਈ ਰੰਗ ਨਹੀਂ ਵੀ ਉਹ ਕਾਲੇ ਰੰਗ ਦਾ ਹੈ, ਨੀਲੇ ਦਾ ਹੈ, ਪੀਲੇ ਦਾ ਹੈ, ਕਿਸ ਰੰਗ ਦਾ ਹੈ, ਉਹ ਇਹਨਾਂ ਤੋਂ ਵੱਖਰਾ ਹੈ। ਰੇਖ ਭੇਖ, ਪਰਮਾਤਮਾ ਦੀ ਕੋਈ ਰੇਖਾ ਨਹੀਂ। ਜਿਵੇਂ ਰੇਖਾਵਾਂ ਨੂੰ ਵੇਖ ਕੇ ਤੇ ਜੋਤਸ਼ੀ ਲੋਕ ਉਹ ਜੰਤਰੀਆਂ ਬਣਾਉਂਦੇ ਨੇ, ਪਰਮਾਤਮਾ ਦੀ ਕੋਈ ਰੇਖਾ ਨਹੀਂ ਹੈ, ਉਹਦਾ ਕੋਈ ਭੇਖ ਵੀ ਨਹੀਂ। ਕੋਈ ਦੱਸ ਨਹੀਂ ਸਕਦਾ ਵੀ ਪਰਮਾਤਮਾ ਦਾ ਕਿਹੜਾ ਭੇਖ ਹੈ। ਜਿਵੇਂ ਸਮਾਜ ਦੇ ਅੰਦਰ ਧਾਰਮਿਕ ਲੋਕ ਵੱਖਰੇ ਵੱਖਰੇ ਪਹਿਰਾਵੇ ਪਾ ਕੇ ਰੱਖਦੇ ਨੇ, ਇਸੇ ਤਰ੍ਹਾਂ ਆਪਾਂ ਇਹ ਨਹੀਂ ਕਹਿ ਸਕਦੇ ਪਰਮਾਤਮਾ ਦਾ ਨੀਲਾ ਵੇਸ ਹੈ ਜਾਂ ਉਹਦਾ ਕਿਹੋ ਜਿਹਾ ਭੇਸ ਹੈ, ਵੀ ਭਗਵਾ ਪਾਉਂਦਾ ਹੈ, ਨੀਲਾ ਪਾਉਂਦਾ ਹੈ, ਚਿੱਟੇ ਵਸਤਰ ਪਾਉਂਦਾ ਹੈ, ਪੀਲੇ ਪਾਉਂਦਾ ਹੈ, ਕਿਹੋ ਜਿਹੇ ਪਾਉਂਦਾ ਹੈ। ਕਲਗੀਧਰ ਮਹਾਰਾਜ ਆਖਦੇ ਨਹੀਂ ਭਾਈ ਉਹਦਾ ਕੋਈ ਭੇਖ ਨਹੀਂ, ਨਾ ਕੋਈ ਰੇਖ ਹੈ, ਨਾ ਕੋਈ ਰੰਗ ਤੇ ਨਾ ਕੋਈ ਰੂਪ ਹੈ। ਕਹਿ ਨਾ ਸਕਤ ਕਿਹ, ਕੋਈ ਬਿਆਨ ਨਹੀਂ ਕਰ ਸਕਦਾ, ਕੋਈ ਦੱਸ ਨਹੀਂ ਸਕਦਾ। ਅਚਲ ਮੂਰਤ, ਅਚਲ ਸ਼ਬਦ ਹੈ, ਅਚਲ ਨਹੀਂ, ਅਚਲ। ਅਚਲ ਦਾ ਅਰਥ ਹੈ ਜਿਹੜਾ ਰੁਕਿਆ ਹੋਇਆ ਹੈ, ਜਿਹੜਾ ਕਿਤੇ ਆਉਂਦਾ ਜਾਂਦਾ ਨਹੀਂ, ਜਿਹੜਾ ਸਥਿਰ ਹੈ। ਸੰਸਾਰ ਦੇ ਲੋਕ ਆਉਂਦੇ ਨੇ ਚਲੇ ਜਾਂਦੇ ਨੇ, ਚੀਜ਼ਾਂ ਬਣਦੀਆਂ ਨੇ, ਵਿਗੜਦੀਆਂ ਨੇ, ਫਿਰ ਖਤਮ ਹੋ ਜਾਂਦੀਆਂ, ਨਸ਼ਟ ਹੋ ਜਾਂਦੀਆਂ ਨੇ। ਪਰਮਾਤਮਾ ਨਾ ਕਿਤੇ ਜਾਂਦਾ ਹੈ ਤੇ ਨਾ ਹੀ ਕਿਤੇ ਆਉਂਦਾ ਹੈ। ਇਹੀ ਤੇ ਸਭ ਤੋਂ ਵੱਡਾ ਉਹਦਾ ਗੁਣ ਹੈ। ਨਾ ਉਹ ਜਨਮ ਲੈਂਦਾ, ਨਾ ਮਰਦਾ ਹੈ, ਇਹੀ ਉਹਦਾ ਗੁਣ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਖਦੇ ਨੇ ਭਲਿਆ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਨਾ ਉਹ ਨਿਰੋਲ ਸੱਚ ਹੈ, ਇਸ ਕਰਕੇ ਉਹਨੂੰ ਸੱਚ ਆਖਿਆ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਸਦੀਵ ਰਹਿਣ ਵਾਲਾ ਹੈ। ਅਚਲ ਮੂਰਤ, ਉਹਦਾ ਜਿਹੜਾ ਸਰੂਪ ਹੈ ਉਹਨੂੰ ਕੋਈ ਬਿਆਨ ਨਹੀਂ ਕਰ ਸਕਦਾ। ਅਨਭਉ ਪ੍ਰਕਾਸ਼, ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ, ਉਹਨੂੰ ਕਿਸੇ ਨੇ ਜਨਮ ਨਹੀਂ ਦਿੱਤਾ। ਕਿਉਂਕਿ ਜੇ ਅਗਰ ਉਹਦਾ ਜਨਮ ਹੋਇਆ ਹੁੰਦਾ ਤੇ ਫਿਰ ਮੌਤ ਵੀ ਹੁੰਦੀ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਰਹਿਰਾਸ ਸਾਹਿਬ ਦੇ ਪਾਠ ਵਿੱਚ ਕਿਰਪਾ ਕਰਦੇ ਨੇ, ਨਾ ਉਹ ਮਰੈ ਨਾ ਹੋਵੈ ਸੋਗ। ਭਾਈ ਉਹ ਮਰਦਾ ਹੀ ਨਹੀਂ, ਇਸ ਕਰਕੇ ਉਹਦੇ ਘਰ ਦੇ ਵਿੱਚ ਕੋਈ ਰੋਣਾ ਧੋਣਾ ਨਹੀਂ ਹੁੰਦਾ, ਉਹਦੇ ਘਰ ਦੇ ਵਿੱਚ ਕਦੀ ਸ਼ੋਕ ਨਹੀਂ ਬਣਾਇਆ ਜਾਂਦਾ। ਕਿਉਂ? ਕਿਉਂਕਿ ਉਹਦੇ ਘਰ ਦੇ ਵਿੱਚ ਜਨਮ ਨਹੀਂ ਤੇ ਮੌਤ ਵੀ ਨਹੀਂ। ਨਾ ਉਹ ਮਰੈ ਨਾ ਹੋਵੈ ਸੋਗ, ਦੇਂਦਾ ਰਹਿ ਨਾ ਚੁੱਕੈ ਭੋਗ। ਪਰਮਾਤਮਾ ਜੀਵਾਂ ਨੂੰ ਦਿੰਦਾ ਹੀ ਰਹਿੰਦਾ, ਦਿੰਦਾ ਹੀ ਰਹਿੰਦਾ। ਉਹ ਇੰਨਾ ਸਮਰੱਥ ਦਾਤਾ ਹੈ, ਬੇਅੰਤ ਦਾਤਾਂ ਦਾ ਮਾਲਕ ਹੈ, ਤੇ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ। ਅਮਿਤੋਜ ਕਹੀਜੈ, ਅਮਿਤ ਓਜ। ਅਮਿਤ ਕਹਿੰਦੇ ਨੇ ਜਿਹੜਾ ਮਿਣਿਆ ਨਹੀਂ ਜਾ ਸਕਦਾ, ਜਿਹਦੀ ਮਿਣਤੀ ਨਹੀਂ ਕੀਤੀ ਜਾ ਸਕਦੀ। ਜਿਵੇਂ ਆਪਾਂ ਸੰਸਾਰਕ ਪਦਾਰਥਾਂ ਦੀ ਮਿਣਤੀ ਕਰ ਲੈਂਦੇ ਹਾਂ, ਧਰਤੀ ਨੂੰ ਮਿਣ ਲੈਂਦੇ ਹਾਂ, ਪਦਾਰਥਾਂ ਨੂੰ ਮਿਣ ਲੈਂਦੇ ਹਾਂ, ਉਹਨਾਂ ਦੀ ਗਿਣਤੀ ਹੋ ਜਾਂਦੀ ਹੈ। ਭਾਈ ਪਰਮਾਤਮਾ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇਹ ਨਹੀਂ ਦੱਸਿਆ ਜਾ ਸਕਦਾ ਵੀ ਕਿੰਨਾ ਵੱਡਾ ਹੈ, ਕਿੰਨਾ ਵਿਸ਼ਾਲ ਹੈ, ਕਿੰਨਾ ਚੌੜਾ ਹੈ, ਕਿੰਨੀ ਉਹਦੀ ਲੰਬਾਈ ਹੈ, ਕਿੰਨਾ ਉਹਦਾ ਭਾਰ ਹੈ, ਇਹ ਨਹੀਂ ਦੱਸਿਆ ਜਾ ਸਕਦਾ। ਉਹ ਅਕਾਲ ਪੁਰਖ ਪਰਮਾਤਮਾ ਦਾ ਜਿਹੜਾ ਬਲ ਹੈ, ਉਹਦੀ ਤਾਕਤ ਹੈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅਮਿਤ ਓਜ, ਓਜ ਦਾ ਅਰਥ ਹੈ ਬਲ, ਤਾਕਤ। ਉਹਦੀ ਕਿੰਨੀ ਵੱਡੀ ਤਾਕਤ ਹੈ, ਇੰਨੀ ਵੱਡੀ ਤਾਕਤ ਦਾ ਉਹ ਸਮਰੱਥ ਹੈ ਵੀ ਇੱਕ ਬੋਲ ਦੇ ਨਾਲ ਕਾਇਨਾਤ ਨੂੰ ਬਣਾ ਸਕਦਾ ਹੈ ਤੇ ਇਹਨੂੰ ਨਸ਼ਟ ਵੀ ਕਰ ਸਕਦਾ ਹੈ। ਇੰਨੀ ਸਮਰੱਥ ਹੈ ਉਹਦੇ ਵਿੱਚ, ਇੰਨੀ ਤਾਕਤ। ਉਹ ਤਿੰਨਾਂ ਭਵਨਾਂ ਨੂੰ ਇੱਕ ਖਿੰਨ ਵਿੱਚ ਨਸ਼ਟ ਕਰ ਸਕਦਾ। ਆਪਾਂ ਵੇਖਦੇ ਹਾਂ ਨਾ ਕਈ ਵਾਰੀ ਕਿੰਨੇ ਵੱਡੇ ਵੱਡੇ ਪਹਾੜ ਜਿਹੜੇ ਨਜ਼ਰ ਆਉਂਦੇ ਨੇ ਕਿਵੇਂ ਢਹਿ ਢੇਰੀ ਹੋ ਜਾਂਦੇ ਨੇ, ਪਤਾ ਵੀ ਨਹੀਂ ਲੱਗਦਾ। ਤੇ ਇਹ ਕਿੰਨੀ ਏਡੀ ਵੱਡੀ ਕਾਇਨਾਤ ਕਿਵੇਂ ਬਣੀ, ਕਿਵੇਂ ਉਹਨੇ ਬਣਾਈ। ਐਸਾ ਤੇ ਨਹੀਂ ਵੀ ਉਹਨੂੰ ਕਿੰਨੇ ਸਾਲ ਲੱਗੇ ਹੋਣਗੇ, ਨਹੀਂ। ਉਹਦੇ ਵਿੱਚ ਇੰਨੀ ਸਮਰੱਥ ਹੈ ਕਿ ਉਹਨੇ ਇੱਕਦਮ ਹੀ ਇਹ ਕਾਇਨਾਤ ਰਚ ਦਿੱਤੀ, ਤੇ ਚਾਹੇ ਤੇ ਇੱਕਦਮ ਨਸ਼ਟ ਵੀ ਕਰ ਸਕਦਾ ਹੈ। ਕੋਟ ਇੰਦਰ ਇੰਦਰਾਣ, ਸ਼ਾਹ ਸ਼ਾਹਾਨ ਗਨੀਜੈ। ਮਹਾਰਾਜ ਆਖਦੇ ਨੇ ਕਲਗੀਧਰ ਗੁਰਦੇਵ ਪਾਤਸ਼ਾਹ ਜੀ ਕਿ ਜਿਵੇਂ ਇੰਦਰ ਇੱਕ ਰਾਜਾ ਹੈ ਨਾ, ਰਾਜਿਆਂ ਦਾ ਰਾਜਾ ਇੰਦਰ, ਪਰਮਾਤਮਾ ਕਰੋੜਾਂ ਇੰਦਰਾਂ ਦਾ ਵੀ ਕਿਤੇ ਰਾਜਾ ਹੈ।
ਕਰੋੜਾਂ ਇੰਦਰ, ਉਹਨਾਂ ਦਾ ਵੀ ਰਾਜਾ ਹੈ। ਰਾਜਿਆਂ ਤੋਂ ਰਾਜਾ, ਸਭ ਤੋਂ ਰਾਜਾ ਪਰਮੇਸ਼ਰ ਹੈ। ਸ਼ਾਹ ਸ਼ਾਹਾਨ ਗਨੀਜੈ, ਪਰਮਾਤਮਾ ਇੰਨਾ ਵੱਡਾ ਸ਼ਾਹ ਹੈ, ਬਾਦਸ਼ਾਹ ਹੈ ਕਿ ਉਹਦੇ ਵਰਗਾ ਹੋਰ ਕੋਈ ਵੀ ਨਹੀਂ। ਕਿੰਨੇ ਬਾਦਸ਼ਾਹ ਦੁਨੀਆ ਦੇ ਵਿੱਚ ਆਏ, ਕਿੰਨੇ ਚਲੇ ਗਏ, ਪਰ ਉਹ ਬਾਦਸ਼ਾਹ ਸਦੀਵ ਰਹਿਣ ਵਾਲਾ ਹੈ। ਤ੍ਰਿਭਾਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਣ ਤਣ ਕਹਿਤ। ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਨਾ, ਉਹ ਤਿੰਨਾਂ ਭਵਨਾਂ ਦਾ ਮਾਲਕ ਹੈ, ਭਾਵ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਜਿਹੜੇ ਸੁਰ ਦਾ ਅਰਥ ਹੈ ਦੇਵਤੇ, ਨਰ ਭਾਵ ਮਨੁੱਖ, ਜਿੰਨੇ ਵੀ ਦੇਵਤੇ ਹੋਏ ਨੇ ਮਨੁੱਖ ਹੋਏ ਨੇ, ਅਸੁਰ ਭਾਵ ਰਾਖਸ਼ਸ ਬਿਰਤੀ ਵਾਲੇ ਹੋਏ ਨੇ, ਨੇਤ ਨੇਤ ਉਹ ਇਹੀ ਕਹਿੰਦੇ ਰਹੇ ਵੀ ਪਰਮਾਤਮਾ ਬੇਅੰਤ ਹੈ, ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਬਣ ਤ੍ਰਿਣ ਕਹਿਤ, ਬਣ ਭਾਵ ਜੰਗਲਾਂ ਦੇ ਜੰਗਲ, ਤਿੰਨ ਭਾਵ ਤੀਲੇ। ਜਿੰਨੀ ਵਨਸਪਤੀ ਹੈ, ਜਿੰਨੇ ਮਨੁੱਖ ਨੇ, ਦੇਵਤੇ ਨੇ, ਪੈਗੰਬਰ ਨੇ, ਜਿੰਨੇ ਰਾਖਸ਼ਸ ਨੇ, ਸਾਰੇ ਦੇ ਸਾਰੇ ਇਹੀ ਆਖਦੇ ਨੇ ਵੀ ਨੇਤ ਨੇਤ ਭਾਵ ਤੂੰ ਬੇਅੰਤ ਹੈ, ਬੇਅੰਤ ਹੈ, ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਤਵ ਸਰਬ ਨਾਮ ਕਥੈ ਕਵਣ, ਕਲਗੀਧਰ ਮਹਾਰਾਜ ਆਖਦੇ ਨੇ, ਹੇ ਅਕਾਲ ਪੁਰਖ ਪਰਮਾਤਮਾ, ਜਿੰਨੇ ਵੀ ਤੇਰੇ ਨਾਮ ਹਨ ਨਾ, ਜਿੰਨੇ ਵੀ ਨਾਮ ਨੇ ਪਾਤਸ਼ਾਹ ਜੀਓ, ਉਹਨਾਂ ਨੂੰ ਕੌਣ ਬਿਆਨ ਕਰ ਸਕਦਾ? ਉਹਨਾਂ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਤਵ ਸਰਬ ਨਾਮ ਕਥੈ ਕਵਣ, ਕਰਮ ਨਾਮ ਵਰਨਤ ਸੁਮਤ। ਹੇ ਅਕਾਲ ਪੁਰਖ ਪਰਮਾਤਮਾ, ਆ ਜਿੰਨੇ ਵੀ ਨਾਮ ਮੈਂ ਦੱਸੇ ਹਨ, ਇਹ ਸਾਰੇ ਤੇਰੇ ਕਿਰਤਮ ਨਾਮ ਹਨ। ਭਾਵ ਕਿਸੇ ਨਾ ਕਿਸੇ ਕਰਮ ਤੋਂ ਇਹ ਨਾਮ ਤੇਰੇ ਪਏ ਹਨ, ਪਰ ਤੇਰੇ ਹੋਰ ਕਿੰਨੇ ਨਾਮ ਹਨ ਉਹਨਾਂ ਬਾਰੇ ਵੀ ਮੈਂ ਬਿਆਨ ਨਹੀਂ ਕਰ ਸਕਦਾ, ਮੈਂ ਨਹੀਂ ਦੱਸ ਸਕਦਾ। ਭੁਜੰਗ ਪ੍ਰਿਆਤ ਛੰਦ, ਇਹ ਹੁਣ ਅਗਲਾ ਛੰਦ ਹੈ। ਭੁਜੰਗ ਕਹਿੰਦੇ ਨੇ ਸੱਪ ਨੂੰ, ਸੱਪ ਦੀ ਚਾਲ ਵਰਗਾ ਇਹ ਛੰਦ ਹੈ। ਤੇ ਗੁਰੂ ਪਾਤਸ਼ਾਹ ਜੀ ਇਸ ਛੰਦ ਵਿੱਚ ਰਹਿਮਤ ਕਰਦੇ ਨੇ, ਨਮਸਤੰ ਅਕਾਲੇ ਨਮਸਤੰ ਕਿਰਪਾਲੇ। ਹੇ ਅਕਾਲ ਪੁਰਖ ਪਰਮਾਤਮਾ, ਤੇਰੀ ਮੈਨੂੰ ਨਮਸਕਾਰ ਹੈ, ਮੈਂ ਤੈਨੂੰ ਨਮਸਕਾਰ ਕਰਦਾ ਹਾਂ, ਮੈਂ ਤੇਰੇ ਅੱਗੇ ਸਜਦਾ ਕਰਦਾ ਹਾਂ। ਕਿਉਂ? ਕਿਉਂਕਿ ਤੂੰ ਕਾਲ ਤੋਂ ਰਹਿਤ ਹੈ, ਤੂੰ ਮੌਤ ਤੋਂ ਰਹਿਤ ਹੈ। ਨਮਸਤੰ ਕਿਰਪਾਲੇ, ਹੇ ਅਕਾਲ ਪੁਰਖ ਪਰਮਾਤਮਾ, ਤੂੰ ਅਸਲ ਦੇ ਵਿੱਚ ਕਿਰਪਾਲੂ ਹੈ, ਦਇਆ ਕਰਨ ਵਾਲਾ ਹੈ, ਤੂੰ ਰਹਿਮਤਾਂ ਤੇ ਬਖਸ਼ਿਸ਼ਾਂ ਕਰਨ ਵਾਲਾ ਹੈ। ਇਸ ਕਰਕੇ ਮੈਂ ਤੈਨੂੰ ਨਮਸਕਾਰ ਕਰਦਾ ਹਾਂ। ਇਹ ਜਿੰਨੇ ਵੀ ਨਾਮ ਕਲਗੀਧਰ ਮਹਾਰਾਜ ਅੱਗੇ ਬਿਆਨ ਕਰਨਗੇ ਨਾ, ਇਹ ਸਾਰੇ ਦੇ ਸਾਰੇ ਕਿਰਤਮ ਨਾਮ ਨੇ। ਭਾਵ ਪਰਮਾਤਮਾ ਨੇ ਜੋ ਕਰਮ ਕੀਤੇ ਨੇ ਨਾ, ਉਹਨਾਂ ਵਿੱਚੋਂ ਪਰਮਾਤਮਾ ਦੇ ਨਾਮ ਜਿਹੜੇ ਹਨ ਪੈਦਾ ਹੋਏ ਹਨ। ਸੋ ਜਿਵੇਂ ਆਪਾਂ ਆਖਦੇ ਹਾਂ ਅਕਾਲੇ, ਵੀ ਉਹ ਮੌਤ ਤੋਂ ਰਹਿਤ ਹੈ, ਕਾਲ ਤੋਂ ਰਹਿਤ ਹੈ। ਕਿਰਪਾਲੇ ਭਾਵ ਦਿਆਲੂ ਹੈ। ਨਮਸਤੰ ਆਰੂਪੇ, ਅਕਾਲ ਪੁਰਖ ਪਰਮਾਤਮਾ ਅਰੂਪ ਹੈ, ਉਹਦਾ ਕੋਈ ਰੂਪ ਨਹੀਂ, ਉਹਦੀ ਕੋਈ ਤਸਵੀਰ ਨਹੀਂ। ਇਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਅਰੂਪੇ ਆਖਿਆ ਵੀ ਉਹਦਾ ਕੋਈ ਰੰਗ ਰੂਪ ਨਹੀਂ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹਨੂੰ ਇਸ ਤਰ੍ਹਾਂ ਆਖਿਆ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹਨੂੰ ਥਾਪਿਆ ਨਹੀਂ ਜਾ ਸਕਦਾ, ਬਣਾਇਆ ਨਹੀਂ ਜਾ ਸਕਦਾ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਨਮਸਤੰ ਅਨੂਪੇ, ਮਹਾਰਾਜ ਆਖਦੇ ਨੇ ਉਹ ਪਰਮਾਤਮਾ ਉਪਮਾ ਤੋਂ ਰਹਿਤ, ਉਹਦੀ ਉਪਮਾ ਕੋ ਨਹੀਂ ਕਰ ਸਕਦਾ। ਉਪਮਾ ਉਸ ਚੀਜ਼ ਦੀ ਕੀਤੀ ਜਾ ਸਕਦੀ ਜਿਹੜੀ ਉਹਦੀ ਟੱਕਰ ਤੇ ਹੋਵੇ। ਮੰਨ ਲਓ ਕੋਈ ਚੀਜ਼ ਬਹੁਤ ਚਿੱਟੇ ਰੰਗ ਦੀ ਹੈ ਤੇ ਬੰਦਾ ਕਹਿ ਦਿੰਦਾ ਵੀ ਇੰਨੀ ਚਿੱਟੀ ਹੈ ਵੀ ਜਿਵੇਂ ਦੁੱਧ ਹੈ, ਦੁੱਧ ਵਰਗੀ ਚਿੱਟੀ, ਤੁਲਨਾ ਹੋ ਜਾਂਦੀ ਹੈ। ਪਰਮਾਤਮਾ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ। ਦਿਨ ਦੀ ਤੁਲਨਾ ਰਾਤ ਨਾਲ ਕਰ ਦਿੰਦਾ ਬੰਦਾ। ਇਸੇ ਤਰ੍ਹਾਂ ਕੋਈ ਨਾ ਕੋਈ ਤੁਲਨਾ ਕਰਨ ਵਾਸਤੇ, ਉਪਮਾ ਕਰਨ ਵਾਸਤੇ ਦੂਸਰੀ ਚੀਜ਼ ਚਾਹੀਦੀ ਹੈ, ਪਰ ਪਰਮਾਤਮਾ ਦੇ ਬਰਾਬਰ ਹੋਰ ਕੋਈ ਚੀਜ਼ ਦੂਜੀ ਨਹੀਂ ਹੈ। ਇਸ ਕਰਕੇ ਉਹ ਉਪਮਾ ਤੋਂ ਰਹਿਤ ਹੈ। ਸੋ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਰਹਿਮਤ ਕਿਰਪਾ ਕੀਤੀ ਹੈ। ਇੱਕ ਇੱਕ ਅੱਖਰ ਦੇ ਵਿੱਚ ਬੜਾ ਡੂੰਘਾ ਰਾਜ਼ ਹੈ ਤੇ ਹਰ ਇੱਕ ਅੱਖਰ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਦਾ ਲਖਾਇਕ ਹੈ। ਗੁਰਦੇਵ ਕਿਰਪਾ ਕਰਨ, ਰੋਜ਼ਾਨਾ ਆਪਾਂ ਥੋੜ੍ਹੇ ਥੋੜ੍ਹੇ ਪਾਵਨ ਬਚਨਾਂ ਦੀ ਵਿਚਾਰ ਸਾਂਝੀ ਕਰਿਆ ਕਰਾਂਗੇ, ਤਾਂ ਜੋ ਗੁਰੂ ਪਾਤਸ਼ਾਹ ਜੀ ਦੇ ਇਹ ਪਾਵਨ ਮਹਿੰਗੇ ਬਚਨ ਜਿਹੜੇ ਹਨ, ਇਹਨਾਂ ਦੇ ਭਾਵ ਅਰਥ ਸਾਨੂੰ ਸਮਝ ਆ ਜਾਣ। ਕਿਉਂਕਿ ਕਈ ਵਾਰੀ ਕੀ ਹੁੰਦਾ, ਬਾਣੀ ਆਪਾਂ ਪੜ੍ਹ ਰਹੇ ਹੁੰਦੇ ਹਾਂ, ਪਰ ਸਾਨੂੰ ਬਾਣੀ ਪੜ੍ਹਦੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਮਹਾਰਾਜ ਕੀ ਕਹਿ ਰਹੇ ਨੇ, ਵੀ ਇਹਦਾ ਭਾਵ ਅਰਥ ਕੀ ਹੈ।
ਸੋ ਇਸ ਕਰਕੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਸ ਪਾਵਨ ਬਾਣੀ ਦੇ ਭਾਵ ਅਰਥਾਂ ਤੋਂ ਆਪਾਂ ਜਾਣੂ ਹੋਵਾਂਗੇ। ਗੁਰਦੇਵ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਪ੍ਰਵਾਨ ਹੋਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ